सब तो पहला ਤੁਹਾਡਾ ਸਾਰਿਆਂ ਦਾ बहुत-बहुत ਧੰਨਵਾਦ। प्रिंट मीडिया तो इलैक्ट्रॉनिक मीडिया तो सोशल मीडिया ਤੇ जिन्ने भी मंचां तो तुसीं ਇੱਥੇ पहुंचे। मैं 3-4 पॉइंट ਜਿਹੜੇ ਨੇ बड़े महत्वपूर्ण खास पॉइंट ने ਜਿਹੜੇ मैं ਤੁਹਾਡੇ सामने ਅੱਜ ਰੱਖਣਾ ਚਾਹੂੰਗਾ ਤੁਹਾਡੇ ਜ਼ਰੀਏ, ताकि पता लगे ਸਾਰਿਆਂ ਨੂੰ कि ਜਿਹੜਾ एक किसानी ਦਾ संघर्ष है ਇਹਦੇ ਵਿੱਚੋਂ ਕੀ ਨਿਕਲ ਸਕਦਾ ਹੈ, ਕੀ ਹੋ ਕਰ ਸਕਦੀ ਹੈ ਸਰਕਾਰ ਜੇ ਨੀਅਤ ਸਾਫ਼ ਹੋਵੇ, ਤੇ ਕਿਸ ਤਰ੍ਹਾਂ ਦੀਆਂ ਚਾਲਾਂ ਜਿਹੜੀਆਂ ਇਸ ਸੰਘਰਸ਼ ਨੂੰ ਫਿੱਕਾ ਪਾਉਣ ਦੀਆਂ ਚੱਲ ਰਹੀਆਂ। ਸਭ ਤੋਂ ਪਹਿਲਾਂ ਤਾਂ ਕੱਲ ਜੋ ਹੋਇਆ, ਬੜੀ ਉਮੀਦ ਸੀਗੀ, ਅਰਦਾਸਾਂ ਕੀਤੀਆਂ ਲੋਕਾਂ ਨੇ ਕਿ ਅੱਜ ਕੇਂਦਰ ਸਰਕਾਰ ਨਾਲ ਮੀਟਿੰਗ ਹੈ ਤੇ ਕੋਈ ਹੱਲ ਨਿਕਲਿਆ ਆਵੇ ਤਾਂ ਇਹ ਜਿਹੜਾ ਸੰਘਰਸ਼ ਜਿਹੜਾ ਅੰਦੋਲਨ ਚੱਲ ਰਿਹਾ ਹੈ ਉਹ ਤੋਂ ਮੁਕਤੀ ਮਿਲੇ, ਕਾਨੂੰਨ ਵਾਪਸ ਲੈ ਲਏ ਜਾਣ ਤੇ MSP ਦੀ ਕਾਨੂੰਨੀ ਗਰੰਟੀ ਦਾ ਬਿੱਲ ਪਾਸ ਕੀਤਾ ਜਾਵੇ। ਪਰ ਜਿਸ ਤਰ੍ਹਾਂ ਦੀ ਟਾਲ ਮਟੋਲ ਦੀ ਅੜੀਅਲ ਰਵੱਈਏ ਦੀ ਜਿਹੜੀ ਨੀਤੀ ਕੇਂਦਰ ਸਰਕਾਰ ਨੇ ਅਪਣਾਈ ਹੋਈ ਹੈ ਉਹ ਸਖਤ ਸ਼ਬਦਾਂ ਦੇ ਵਿੱਚ ਨਿੰਦਣਯੋਗ ਹੈ। 7.5 ਘੰਟੇ ਤੁਸੀਂ ਕਿਸਾਨਾਂ ਦੇ ਜਥੇਬੰਦੀਆਂ ਦੇ ਆਗੂਆਂ ਨੂੰ ਉੱਥੇ ਬੁਲਾ ਕੇ ਮੀਟਿੰਗ ਕਰ ਰਹੇ ਹੋ। ਜੇ ਨੀਅਤ ਸਾਫ਼ ਹੋਵੇ ਤਾਂ 7.5 ਮਿੰਟ ਦਾ ਕੰਮ ਹੈ ਇਹ ਕਿ ਜੀ ਅਸੀਂ ਸਾਰੇ ਬਿੱਲ ਦੇਖ ਲਏ, ਤੁਹਾਡੇ ਪੁਆਇੰਟ ਵੀ ਦੇਖ ਲਏ, ਬਿਲਕੁਲ ਜਾਇਜ਼ ਪੁਆਇੰਟ ਨੇ। ਅਸੀਂ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਦੇ ਹਾਂ ਤੇ MSP ਦੀ ਕਾਨੂੰਨੀ ਗਰੰਟੀ ਦਾ ਜਿਹੜਾ ਬਿੱਲ ਹੈ ਉਹ ਲੈ ਕੇ ਆਵਾਂਗੇ। ਮੈਂ ਤਾਂ ਇਹ ਕਹੂੰਗਾ ਕਿ ਗੈਰ ਮਨੁੱਖੀ ਵਿਹਾਰ ਹੈ BJP ਦਾ ਇਹ, ਕਿਉਂਕਿ 80 ਸਾਲ ਦੀਆਂ ਮਾਵਾਂ, 85 90 ਸਾਲ ਦੇ ਬਜ਼ੁਰਗ, ਬੱਚੇ ਇੰਨੀ ਠੰਡ ਦੇ ਵਿੱਚ ਉੱਥੇ ਬੈਠੇ ਨੇ ਤੇ ਇਹ ਪਤਾ ਨਹੀਂ ਕਿਹੜੇ ਸਬਰ ਦਾ ਇਮਤਿਹਾਨ ਲੈਂਦੇ ਨੇ ਕਿ 5 ਦਿਨ ਹੋਰ ਦੇਖ ਲੈਂਦੇ ਆ, 10 ਦਿਨ ਹੋਰ ਦੇਖ ਲੈਂਦੇ ਆ। ਇਹ ਸ਼ਾਇਦ ਇਹਨਾਂ ਦੀ ਇਹ ਗਲਤਫਹਿਮੀ ਹੈ ਕਿ 5 ਦਿਨ 10 ਦਿਨ 15 ਦਿਨ ਟਾਲ ਕੇ ਇਹ ਅੰਦੋਲਨ ਫਿੱਕਾ ਪੈ ਜਾਊਗਾ। ਇਹ ਅੰਦੋਲਨ ਪੰਜਾਬ ਤੋਂ 3 ਮਹੀਨੇ 300 ਜਗ੍ਹਾ ਤੋਂ, ਰੇਲਵੇ ਟਰੈਕਾਂ ਤੋਂ, ਟੋਲ ਪਲਾਜ਼ਿਆਂ ਤੋਂ ਚੱਲਿਆ ਹੋਇਆ। ਸੋ ਇਹ 5-7 ਦਿਨ 10 ਦਿਨਾਂ 'ਚ ਫਿੱਕਾ ਪੈਣ ਵਾਲੀ ਜੇ ਸਰਕਾਰ ਕੋਲੇ ਕੋਈ ਇਸ ਤਰ੍ਹਾਂ ਦੀ ਖੁਸ਼ਫਹਿਮੀ ਹੈ ਤਾਂ ਉਹਨੂੰ ਛੱਡ ਦੇਣਾ ਚਾਹੀਦਾ। ਮੈਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਜੀ ਨੂੰ 2 ਤਰੀਕ ਨੂੰ ਚਿੱਠੀ ਲਿਖੀ ਕਿ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇੱਕ ਦਿਨ ਦਾ ਸੈਸ਼ਨ ਬੁਲਾ ਕੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਪ੍ਰਸਤਾਵ ਲਿਆਂਦਾ ਜਾਵੇ। ਉਹ ਪਰਿਵਾਰਾਂ ਸਮੇਤ ਉੱਥੇ ਠੰਡ 'ਚ ਬੈਠੇ ਨੇ, ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ। ਜੇ GST ਕਾਨੂੰਨ ਲਾਗੂ ਕਰਨ ਵੇਲੇ ਅੱਧੀ ਰਾਤ ਨੂੰ 12 ਵਜੇ ਪਾਰਲੀਮੈਂਟ ਖੁਲਵਾ ਸਕਦੇ ਨੇ ਮੋਦੀ ਜੀ, ਤਾਂ ਫਿਰ ਆ ਕਾਲੇ ਕਾਨੂੰਨ ਨੂੰ ਵਾਪਸ ਲੈਣ ਵੇਲੇ ਕਿਉਂ ਨਹੀਂ ਖੁਲਵਾਈ ਜਾ ਸਕਦੀ ਪਾਰਲੀਮੈਂਟ ਸਪੈਸ਼ਲ ਸੈਸ਼ਨ? ਕਈ ਵਾਰੀ ਫੈਸਲੇ ਸਰਕਾਰਾਂ ਕਰਾਉਣ ਵੇਲੇ ਰਾਤ ਨੂੰ ਸੁਪਰੀਮ ਕੋਰਟ ਖੁਲਾ ਲੈਂਦੇ ਨੇ, ਤੇ ਫਿਰ ਪਾਰਲੀਮੈਂਟ ਕਿਉਂ ਨਹੀਂ ਖੁੱਲ ਸਕਦੀ? ਇਹਨੂੰ ਹਜੇ ਤੱਕ ਸਿਰਫ ਪੰਜਾਬ ਦਾ ਮਸਲਾ ਕਹਿ ਕੇ ਇਹਨੂੰ ਅੰਦੋਲਨ ਦੀ ਜਿਹੜੀ ਧਾਰ ਹੈ ਉਹਨੂੰ ਕੁੰਡੀ ਕਰਨੀ ਚਾਹੁੰਦੇ ਨੇ। ਪੰਜਾਬ ਲੀਡ ਕਰ ਰਿਹਾ ਹੈ, ਮਸਲਾ ਪੂਰੇ ਦੇਸ਼ ਦਾ ਹੈ। ਆਜ਼ਾਦੀ ਵੇਲੇ ਪੰਜਾਬ ਨੇ ਲੀਡ ਕੀਤਾ ਸੀ, ਆਜ਼ਾਦੀ ਪੂਰੇ ਮੁਲਕ ਨੂੰ ਮਿਲੀ ਸੀ। ਬਿਲਕੁਲ ਉਸੇ ਤਰ੍ਹਾਂ ਖੇਤੀ ਦੇ ਇਹਨਾਂ ਕਾਨੂੰਨਾਂ ਦੇ ਵਿਰੁੱਧ ਪੰਜਾਬ ਲੀਡ ਕਰ ਰਿਹਾ ਹੈ। ਇਹਨਾਂ ਕਾਨੂੰਨਾਂ ਤੋਂ ਨਿਜਾਤ, ਇਹਨਾਂ ਕਾਨੂੰਨਾਂ ਤੋਂ ਆਜ਼ਾਦੀ ਪੂਰੇ ਮੁਲਕ ਦੇ ਕਿਸਾਨਾਂ ਨੂੰ ਮਿਲੂਗੀ। ਸੋ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰ ਰਹੀ ਹੈ। ਦੇਖੋ, ਜਿਹੜੇ ਕਿਸਾਨਾਂ ਦਾ ਅੰਦੋਲਨ ਹੈ ਉਹਦੇ ਵਿੱਚ ਹੋਰ ਵੀ ਤਰ੍ਹਾਂ ਦੇ ਦੇਖੋ ਸ਼ਰਾਰਤੀ ਅੰਸਰ ਵੀ ਕਿਸਾਨ ਆਪ ਪਹਿਰਾ ਰੱਖ ਰਹੇ ਨੇ, ਸ਼ਰਾਰਤੀ ਅੰਸਰ ਵੀ ਫੜੇ ਗਏ ਨੇ। ਕਿਵੇਂ ਨਾ ਕਿਵੇਂ ਇਹ ਇਸ ਅੰਦੋਲਨ ਨੂੰ ਵਿਸ਼ੇ ਤੋਂ, ਮੰਜ਼ਿਲ ਤੋਂ ਭਟਕਾਉਣ ਦੀਆਂ ਚਾਲਾਂ ਚੱਲ ਰਹੇ ਨੇ। ਬੇਹੱਦ ਸ਼ਰਮਨਾਕ ਗੱਲ ਹੈ ਇਹ। BJP ਸਰਕਾਰ ਦੀ ਇੱਕ ਗੱਲ ਤੁਸੀਂ ਨੋਟ ਕੀਤੀ ਹੋਊ, ਇਹ CA ਤੇ NRC ਕਾਨੂੰਨ ਬਣਾ ਕੇ ਮੁਸਲਮਾਨਾਂ ਨੂੰ ਕਹਿੰਦੇ ਹਜੇ ਤੁਹਾਨੂੰ ਇਸ ਕਾਨੂੰਨ ਦੀ ਸਮਝ ਨਹੀਂ ਆਈ, ਤੁਹਾਨੂੰ ਸਮਝਾਵਾਂਗੇ ਤੇ ਬਹੁਤ ਫਾਇਦੇ ਨੇ। ਇਹ GST ਦਾ ਕਾਨੂੰਨ ਲਾਗੂ ਕਰਕੇ
ਵਪਾਰੀਆਂ ਨੂੰ ਕਹਿੰਦੇ ਹਜੇ ਤੁਹਾਨੂੰ ਇਸ ਕਾਨੂੰਨ ਦੀ ਸਮਝ ਨਹੀਂ ਆਈ, ਤੁਹਾਨੂੰ ਸਮਝਾਵਾਂਗੇ ਤਾਂ ਬਹੁਤ ਫਾਇਦੇ ਨੇ। ਇਹ ਨੋਟਬੰਦੀ ਲਾਗੂ ਕਰਕੇ ਲੋਕਾਂ ਨੂੰ ਕਹਿੰਦੇ ਹਜੇ ਤੁਹਾਨੂੰ ਇਹ ਨੋਟਬੰਦੀ ਦੇ ਕਾਨੂੰਨ ਦੀ ਸਮਝ ਨਹੀਂ ਆਈ, ਇਹਦੇ ਬਹੁਤ ਫਾਇਦੇ ਨੇ, ਤੁਹਾਨੂੰ ਸਮਝਾਵਾਂਗੇ। ਇਹ ਖੇਤੀ ਦੇ ਕਾਨੂੰਨ ਲਾਗੂ ਕਰਕੇ ਕਿਸਾਨਾਂ ਨੂੰ ਕਹੀ ਜਾਂਦੇ ਨੇ ਹਜੇ ਤੁਹਾਨੂੰ ਸਮਝ ਨਹੀਂ ਆਈ, ਤੁਹਾਨੂੰ ਸਮਝਾਵਾਂਗੇ, ਇਹਦੇ ਬਹੁਤ ਫਾਇਦੇ ਨੇ। ਇਹ ਕਿਸੇ ਹੋਰ ਗ੍ਰਹਿ ਤੋਂ ਆਏ ਨੇ ਜੀ, ਜਾਂ ਅਸੀਂ ਕਿਸੇ ਹੋਰ ਗ੍ਰਹਿ ਤੋਂ ਆਏ ਹਾਂ ਕਿ ਸਾਨੂੰ ਸਮਝ ਨਹੀਂ ਆ ਰਹੀ? ਹਾਊ ਡੇਅਰ ਦੇ ਆਰ। ਪ੍ਰਧਾਨ ਮੰਤਰੀ ਜਾਂ ਉਹਨਾਂ ਦੇ ਬੀਜੇਪੀ ਦੇ ਜਿੰਨੇ ਵੀ ਲੀਡਰ ਨੇ, ਉਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਕਾਨੂੰਨ ਵਾਪਸ ਲੈ ਸਕਦੇ ਹਾਂ, ਹਮੇਸ਼ਾ ਤਾਰੀਫ ਕਰਦੇ ਨੇ। ਦੂਜੇ ਪਾਸੇ ਬਾਰਡਰ ਤੇ ਬਾਰਡਰ ਸਿਕਿਉਰਿਟੀ ਫੋਰਸ ਲਾਤੀ, ਉਹ ਬਾਰਡਰ ਪਾਕਿਸਤਾਨ ਦਾ ਚਾਈਨਾ ਦਾ ਨਹੀਂ ਹੈਗਾ। ਬਾਰਡਰ ਸਿਕਿਉਰਿਟੀ ਫੋਰਸ ਬਾਰਡਰ ਵਾਸਤੇ ਬਣੀ ਹੈ, ਨਾ ਕੋਈ ਹਰਿਆਣੇ ਤੇ ਦਿੱਲੀ ਦੇ ਬਾਰਡਰਾਂ ਵਾਸਤੇ ਬਣੀ ਹੈ। ਉੱਥੇ ਫੌਜ ਲਾ ਰਹੇ ਨੇ, ਡਬਲ ਟ੍ਰਿਪਲ ਫੌਜ ਦੀ ਗਿਣਤੀ ਕਰਤੀ, ਦੂਜੇ ਪਾਸੇ ਬੁਲਾ ਰਹੇ ਨੇ। ਸੋ ਮਨ 'ਚ ਕੁਝ ਹੋਰ ਹੈ, ਜ਼ੁਬਾਨ ਤੇ ਕੁਝ ਹੋਰ ਹੈ, ਨੀਅਤ ਸਾਫ਼ ਨਹੀਂ ਹੈਗੀ, ਨੀਅਤ ਖੋਟੀ ਹੈ। ਸੋ ਇਸ ਕਰਕੇ ਬਹੁਤ ਸਾਰੀਆਂ ਹੋਰ ਪਾਰਟੀਆਂ ਦੇ ਐਮਪੀਜ਼ ਨੇ ਵੀ ਲਿਖਿਆ ਹੈ ਸਪੀਕਰ ਸਾਹਿਬ ਨੂੰ ਸਪੈਸ਼ਲ ਸੈਸ਼ਨ ਦਾ, ਖੇਤੀ ਦੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਹੋਰ ਕੋਈ ਐਸੀ ਮੰਗ ਨਹੀਂ ਹੈਗੀ ਜਿਹਦੇ ਨਾਲ ਇਹ ਮਸਲਾ ਹੱਲ ਹੋ ਜੇ। ਸੋ ਖੇਤੀ ਦੇ ਕਾਨੂੰਨ ਵਾਪਸ ਲਓ। ਇਦੋਂ ਪਹਿਲਾਂ ਜ਼ਮੀਨ ਅਧਿਕ੍ਰਿਤ ਕਰਨ ਦਾ ਜਿਹੜਾ ਬਿੱਲ ਸੀਗਾ ਉਹ ਵੀ ਤਾਂ ਰੋਕ ਹੀ ਲਿਆ ਸੀਗਾ, ਉਹ ਵੀ ਤਾਂ ਸਟੈਂਡਿੰਗ ਕਮੇਟੀ ਕੋਲ ਭੇਜਤਾ ਸੀ। ਸੋ ਇਸ ਕਰਕੇ ਬਾਕੀ ਕੈਪਟਨ ਸਾਹਿਬ ਦੀ ਅਮਿਤ ਸ਼ਾਹ ਨਾਲ ਕੱਲ ਮੀਟਿੰਗ ਜਿਹੜੀ ਹੋਈ ਹੈ, ਉਹਦੇ ਵਿੱਚ ਵੀ ਨੈਸ਼ਨਲ ਸਿਕਿਉਰਿਟੀ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਅੰਨਦਾਤਾ ਜਿਹੜਾ ਸਾਰੇ ਮੁਲਕ ਦਾ ਢਿੱਡ ਭਰਦਾ ਹੈ, ਜਿਨੇ ਦੇਸ਼ ਦੇ ਅਨਾਜ ਦੇ ਭੰਡਾਰ ਭਰਤੇ, ਨਿਰਭਰ ਕਰਤਾ, ਆਤਮ ਨਿਰਭਰ ਕਰਤਾ ਦੇਸ਼, ਜਿਹਦੇ ਪੁੱਤ ਭਤੀਜੇ ਬਾਰਡਰਾਂ ਤੇ ਹਿੱਕਾਂ ਡਾਹੀਂ ਬੈਠੇ ਨੇ ਦੁਸ਼ਮਣ ਦੀਆਂ ਗੋਲੀਆਂ ਅੱਗੇ, ਤੇ ਉਹਨਾਂ ਨੂੰ ਤੁਸੀਂ ਐਂਟੀ ਨੈਸ਼ਨਲ ਦੱਸਦੇ ਹੋ। ਜਿਹੜੇ ਚਿੜੀਆਂ, ਕਾਵਾਂ, ਘੁੱਗੀਆਂ, ਗਟਾਰਾਂ ਲਈ ਵੀ ਖੇਤਾਂ ਦੇ ਵਿੱਚ ਦਾਣੇ ਛੱਡ ਦਿੰਦੇ ਨੇ ਕਿ ਇਹਨਾਂ ਦਾ ਜਿਹੜਾ ਰਿਜ਼ਕ ਲਿਖਿਆ ਭਗਵਾਨ ਨੇ, ਰੱਬ ਨੇ, ਉਹ ਵੀ ਇਹਨਾਂ ਨੂੰ ਦੇਣਾ ਸਾਡਾ ਫਰਜ਼ ਹੈ। ਸੋ ਉਹਨਾਂ ਨੂੰ ਤੁਸੀਂ ਕਹੀ ਜਾਂਦੇ ਹੋ ਕਿ ਪਤਾ ਨਹੀਂ ਕੌਣ ਆ ਗਏ, ਦਿੱਲੀ ਤੇ ਚੜ੍ਹਾਈ ਕਰਕੇ ਆ ਗਏ ਜਾਂ ਕੋਈ ਹੋਰ। ਜਿਸ ਤਰੀਕੇ ਨਾਲ ਰੋਕਿਆ ਉਹਨਾਂ ਨੂੰ, ਦੇਖੋ ਪੰਜਾਬ ਤੋਂ ਦਿੱਲੀ ਨੂੰ ਜੇ ਜਾਣਾ ਹੋਵੇ, ਹਰਿਆਣੇ ਦਾ ਇੱਕ ਬਾਰਡਰ ਪੈਂਦਾ, ਜਾਂ ਸ਼ੰਭੂ ਵਾਲਾ ਬਾਰਡਰ ਪੈਂਦਾ, ਜਾਂ ਖਨੌਰੀ ਵਾਲਾ ਬਾਰਡਰ ਪੈਂਦਾ, ਜਾਂ ਭੇਵੇ ਵਾਲਾ ਬਾਰਡਰ ਪੈਂਦਾ, ਡੱਬ ਵਾਲੀ ਵਾਲਾ ਬਾਰਡਰ ਹੈ, ਟੋਹਾਣੇ ਵਾਲਾ ਬਾਰਡਰ ਹੈ। ਪਰ ਜਿਹੜੇ ਸੰਘਰਸ਼ੀ ਯੋਧੇ, ਜਿਹੜੇ ਅੰਦੋਲਨਕਾਰੀ ਉੱਥੇ ਪਹੁੰਚੇ ਨੇ ਦਿੱਲੀ, ਉਹ 7 ਬਾਰਡਰ ਪਾਰ ਕਰਕੇ ਗਏ ਨੇ। ਸ਼ੰਭੂ ਤੋਂ ਨਿਕਲੇ ਅੰਬਾਲੇ ਘੇਰ ਲਏ, ਅੰਬਾਲੇ ਤੋਂ ਨਿਕਲੇ ਸ਼ਾਹਬਾਦ ਰੋਕ ਲਏ, ਸ਼ਾਹਬਾਦ ਤੋਂ ਨਿਕਲੇ ਪਿਪਲੀ ਰੋਕ ਲਏ, ਪਿਪਲੀ ਤੋਂ ਨਿਕਲੇ ਕਰਨਾਲ ਰੋਕ ਲਏ, ਕਰਨਾਲ ਤੋਂ ਨਿਕਲੇ ਪਾਣੀਪਤ ਰੋਕ ਲਏ, ਪਾਣੀਪਤ ਤੋਂ ਨਿਕਲੇ ਸੋਨੀਪਤ ਲੜਾਈ ਹੋ ਗਈ। ਬਿਲਕੁਲ ਏਦਾਂ ਇੱਧਰ ਹੋਇਆ। ਖਨੌਰੀ ਤੋਂ ਨਿਕਲੇ ਨਰਵਾਣੇ ਰੋਕ ਲਏ, ਨਰਵਾਣਿਓਂ ਨਿਕਲੇ ਜੀਂਦ ਇਲਾਕੇ ਲਾ ਲਏ, ਜੀਂਦ ਤੋਂ ਨਿਕਲੇ ਰੋਹਤਕ ਪਹੁੰਚੇ, ਰੋਹਤਕ ਤੋਂ ਬਹਾਦਰਗੜ੍ਹ। ਮਤਲਬ ਇਹ ਜਿਹੜੇ ਟੈਕਟਿਕਸ ਨੇ ਨਾ ਕਿ 20 ਕਿਲੋਮੀਟਰ ਬਾਅਦ ਰੋਕਾਂ ਲਾਈ ਚੱਲੋ, ਪੱਥਰ ਸੁੱਟ ਦੋ, ਜਾਂ ਵੱਡੇ ਹਾਈਵੇ 'ਚ ਟੋਏ ਪੱਟ ਦੋ, ਇਹ ਦੁਸ਼ਮਣ ਦੀ ਫੌਜ ਨੂੰ ਰੋਕਣ ਵਾਸਤੇ ਹੁੰਦੇ ਨੇ ਕਿ ਜੇ ਉਹ ਇੱਥੇ ਤੱਕ ਆ ਗਏ ਤਾਂ ਅਸੀਂ ਆਹ ਪੁਲ ਤੋੜ ਦਾਂਗੇ, ਜੇ ਉਹ ਇੱਥੇ ਤੱਕ ਆ ਗਏ ਤਾਂ ਅਸੀਂ ਇੱਥੇ ਬਰੂਦੀ ਸੁਰੰਗਾਂ ਵਿਛਾ ਦਾਂਗੇ। ਇਹ ਕੋਈ ਫੌਜ ਚੜ੍ਹਾਈ ਕਰ ਰਹੀ ਸੀ? ਅੰਨਦਾਤਾ ਬਈ, ਦੇਸ਼ ਦਾ ਢਿੱਡ ਭਰਨ ਵਾਲਾ, ਖੁਦ ਹੱਥੀਂ 10 ਨੌਹਾਂ ਦੀ ਕਿਰਤ ਕਰਨ ਵਾਲਾ, ਮਿੱਟੀ ਨਾਲ ਮਿੱਟੀ ਹੋ ਕੇ ਧਰਤੀ 'ਚੋਂ ਸੋਨਾ ਗਾਉਣ ਵਾਲਾ, ਤੇ ਉਹਨੂੰ ਤੁਸੀਂ ਐਦਾਂ ਰੋਕ ਰਹੇ ਹੋ ਜਿਵੇਂ ਕੋਈ ਫੌਜ ਨੇ ਚੜ੍ਹਾਈ ਕੀਤੀ ਹੋਵੇ। ਸੋ ਬਹੁਤ ਸ਼ਰਮਨਾਕ ਗੱਲ ਹੈ। ਬਾਕੀ ਕੈਪਟਨ ਸਾਹਿਬ ਕੋਲੇ ਕਈ ਮੌਕੇ ਸੀਗੇ ਇਹਨਾਂ ਬਿੱਲਾਂ ਨੂੰ ਰੋਕਣ ਦੇ, ਪਰ ਉਹਨਾਂ ਨੇ ਵੀ ਨੀਤ ਦੇ ਵਿੱਚ ਖੋਟ ਹੀ ਦਿਖਾਇਆ। ਇੱਕ ਤਾਂ ਜਦੋਂ ਹਾਈ ਪਾਵਰ ਕਮੇਟੀ ਬਣੀ ਸੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਅਗਵਾਈ 'ਚ, ਇਹ ਇਹਨਾਂ ਬਿੱਲਾਂ ਬਾਰੇ, ਆਰਡੀਨੈਂਸਾਂ ਬਾਰੇ ਜ਼ਿਕਰ ਕਰਨ ਲਈ ਤੇ ਫਿਕਰ ਕਰਨ ਲਈ, ਉਹਦੇ ਵਿੱਚ ਇਹਨਾਂ ਨੇ ਕੁਝ ਨਹੀਂ ਕੀਤਾ, ਸਹਿਮਤੀ ਪ੍ਰਗਟਾਈ ਹੈ। ਫਿਰ ਕਾਹਨ ਸਿੰਘ ਪੰਨੂ ਖੇਤੀ ਸੈਕਟਰੀ ਤੌਰ ਤੇ ਜਦੋਂ ਨੀਤੀ ਆਯੋਗ ਨੇ ਬੁਲਾਏ ਸੀ, ਉਦੋਂ ਜਿਹੜੀ ਰਿਪੋਰਟ ਆ ਕੇ ਦਿੱਤੀ ਉਹ ਵੀ ਦੱਬ ਲਈ ਗਈ। ਫਿਰ 3 ਮਹੀਨੇ 4 ਮਹੀਨੇ ਕਿਸਾਨਾਂ ਨੂੰ ਬੇਨਤੀ ਕਰੀ ਗਏ, ਉੱਠ ਖੜੋ ਜੀ ਰੇਲਵੇ ਟਰੈਕਾਂ ਤੋਂ, ਤੇ ਹੁਣ ਉੱਥੇ
ਕਰਨਾਟਕਾ ਦੇ ਵੀ ਕਿਸਾਨ ਨੇ, ਗੁਜਰਾਤ ਵਾਲੇ ਵੀ ਪਹੁੰਚ ਗਏ, ਰਾਜਸਥਾਨ ਤੋਂ ਵੀ ਆ ਗਏ, ਉੱਤਰਾਖੰਡ ਦੇ ਨੇ, यूपी ਦੇ ਨੇ, ਮੱਧ ਪ੍ਰਦੇਸ਼ ਤੋਂ ਮੇਗਾ ਪਾਟੇਕਰ ਜੀ ਆਏ ਹੋਏ ਨੇ। ਤੇ ਹੁਣ ਅਮਿਤ ਸ਼ਾਹ ਨਾਲ 30-35 ਮਿੰਟ ਪਤਾ ਨਹੀਂ ਕੀ ਗਿਟਮਿਟ ਕਰਕੇ ਆਏ ਨੇ ਕਿ ਪਤਾ ਨਹੀਂ ਤਾਂ ਈਡੀ ਦਾ ਕੋਈ ਹੋਣਾ ਵੀ ਮੇਰੇ ਤੇ ਈਡੀ ਦੇ ਜਿਹੜੇ ਨੋਟਿਸ ਭੇਜ ਦਿਓ ਇਹਨਾਂ ਨੂੰ ਠੀਕ ਕਰ ਲਓ, ਆਪਾਂ ਅੰਦੋਲਨ ਨੂੰ ਐਂ ਖੜਾ ਲਾਂਗੇ ਕਰ ਲਾਂਗੇ। ਇਹ ਗਲਤਫਹਿਮੀ ਚ ਨੇ ਕੈਪਟਨ ਸਾਹਿਬ। ਲੋਕ ਅੰਦੋਲਨ ਹੈ, ਨੌਨ ਪੋਲੀਟੀਕਲ ਅੰਦੋਲਨ ਹੈ। ਸਾਡੇ ਸਾਰੇ ਐਮਐਲਏ, ਦਿੱਲੀ ਦੇ ਵੀ ਮੰਤਰੀ, ਪੰਜਾਬ ਦੇ ਵੀ ਐਮਐਲਏ, ਮੈਂ ਵੀ ਖੁਦ ਦਿੱਲੀ, ਅੱਜ ਫਿਰ ਦਿੱਲੀ ਹੋਊਂਗਾ ਮੈਂ, ਅਸੀਂ ਉਹਨਾਂ ਦੀ ਸਪੋਰਟ ਤੇ ਆ, ਖਾਤਰਦਾਰੀ ਤੇ ਆ, ਕਿਉਂਕਿ ਜਥੇਬੰਦੀਆਂ ਨੇ ਇਹ ਪਹਿਲੇ ਦਿਨੋਂ ਫੈਸਲਾ ਕੀਤਾ ਹੋਇਆ ਕਿ ਕੋਈ ਪੋਲੀਟੀਕਲ ਪਾਰਟੀ ਦਾ ਕੋਈ ਐਮਪੀ ਐਮਐਲਏ ਉਹਨਾਂ ਦੇ ਮੇਨ ਸਟੇਜ ਤੇ ਜਾ ਕੇ ਨਹੀਂ ਬੈਠ ਸਕਦਾ, ਬੋਲ ਨਹੀਂ ਸਕਦਾ। ਅਸੀਂ ਉਹਨਾਂ ਦੇ ਇਸ ਫੈਸਲੇ ਦਾ ਸਤਿਕਾਰ ਕਰਦੇ ਹਾਂ। ਪਹਿਲੇ ਦਿਨੋਂ ਅਸੀਂ ਪੰਜਾਬ ਦੇ ਵਿੱਚ ਵੀ ਇੱਦਾਂ ਹੀ ਕਰਦੇ ਰਹੇ ਹਾਂ ਕਿ ਕੋਈ ਝੰਡਾ ਨਹੀਂ, ਵਲੰਟੀਅਰਾਂ ਨੂੰ ਕਿਹਾ ਹੋਇਆ ਕੋਈ ਨਾਰਾ ਨਹੀਂ ਲਾਉਣਾ, ਕਿ ਅਸੀਂ ਐਮਪੀ ਐਮਐਲਏ ਵਲੰਟੀਅਰ ਜ਼ਿਲ੍ਹੇ ਪ੍ਰਧਾਨ ਇਹ ਬਾਅਦ ਚ, ਕਿਸਾਨ ਤੇ ਕਿਸਾਨ ਦੇ ਪੁੱਤ ਪਹਿਲਾਂ। ਸੋ ਜੇ ਪੰਜਾਬ ਦੇ ਚੁੱਲ੍ਹਿਆਂ ਚੋਂ ਅੱਗ ਬਚੂਗੀ ਤਾਈਓ ਕੋਈ ਕਿਸੇ ਕੋਈ ਰਾਜਨੀਤੀ ਕਰੋਗੇ, ਨੀਤੀ ਜੇ ਲੋਕ ਹੀ ਨਾ ਬਚੇ ਜਿਸ ਤਰੀਕੇ ਨਾਲ ਇਹ ਕਾਲੇ ਕਾਨੂੰਨ ਆ ਰਹੇ ਨੇ। ਸੋ ਉੱਥੋਂ ਜਿਹੜੀਆਂ ਵੀਡੀਓ ਆ ਰਹੀਆਂ ਨੇ, ਉਹ ਇੱਕ ਗੱਲੋਂ ਥੋੜਾ ਜਿਹਾ ਸਕੂਨ ਮਿਲਦਾ ਹੈ ਕਿ ਲੋਕਾਂ ਨੇ ਇਹ ਦੱਸਤਾ ਕਿ ਪੰਜਾਬ ਆਪਦੇ ਹੱਕਾਂ ਲਈ ਲੜਨਾ ਜਾਣਦਾ ਹੈ। ਪੰਜਾਬ ਤੇ ਜਦੋਂ ਵੀ ਕਦੇ ਉਹਦੀ ਹੋਂਦ ਨੂੰ ਖਤਰਾ ਹੋ ਜਾਂਦਾ ਤਾਂ ਪੰਜਾਬ ਜਿਹੜਾ ਉਹ ਜਾਤ ਪਾਤ ਤੇ ਆ ਜਿਹੜੇ ਇਹਨਾਂ ਦੇ ਫੁੱਟ ਪਾਉ ਨੀਤੀ ਉਹਨਾਂ ਤੋਂ ਉੱਪਰ ਉੱਠ ਕੇ ਏਕੇ ਦੇ ਰੂਪ 'ਚ ਕੰਮ ਕਰਦਾ ਹੈ। ਹੁਣ ਉੱਥੇ ਮਲੇਰਕੋਟਲੇ ਤੋਂ ਮੁਸਲਿਮ ਭਾਈਚਾਰਾ ਗਿਆ ਖਾਣਾ ਬਣਾਉਣ ਵਾਸਤੇ, ਕਿਸੇ ਐਨਆਰਆਈ ਨੇ ਬਦਾਮਾਂ ਦਾ ਉੱਥੇ ਲੰਗਰ ਲਾਤਾ, ਕਿਸੇ ਇੱਕ ਜਿਹੜਾ ਧਨੌਲੇ ਤੋਂ ਮੁੰਡਾ ਜਿਹੜਾ ਜਿਹਦੀ ਡੈਥ ਹੋ ਗਈ ਉਹ ਕੀ ਕਰਨ ਗਿਆ ਸੀ, ਉਹ ਮਿਸਤਰੀ ਟਰੈਕਟਰ ਦਾ, ਕਿ ਰੱਬ ਨਾ ਕਰੇ ਜੇ ਕੋਈ ਜਾਂਦੇ ਜਾਂਦੇ ਕਿਸੇ ਦਾ ਟਰੈਕਟਰ ਖਰਾਬ ਹੋ ਗਿਆ ਤਾਂ ਮਿਸਤਰੀ ਮੈਂ ਆਪਦਾ ਯੋਗਦਾਨ ਪਾਊਂਗਾ। ਆੜਤੀ ਐਸੋਸੀਏਸ਼ਨ ਕੱਲ ਪਹੁੰਚ ਗਈ ਉੱਥੇ। ਮਤਲਬ ਉੱਥੇ ਹੁਣ ਇਹ ਇਕੱਲੇ ਕਿਸਾਨਾਂ ਦਾ ਨਹੀਂ ਤੇ ਇਕੱਲੇ ਪੰਜਾਬ ਦਾ ਨਹੀਂ, ਪੂਰੇ ਦੇਸ਼ ਦੇ ਲੋਕਾਂ ਦਾ ਅੰਦੋਲਨ ਹੈ, ਲੋਕ ਅੰਦੋਲਨ ਹੈ। ਹੁਣ ਤਾਂ ਇੰਟਰਨੈਸ਼ਨਲ ਸਪੋਰਟ ਵੀ ਹੈ ਉਹਨਾਂ ਕੋਲੇ। ਵੈਨਕੂਵਰ ਦੇ ਵਿੱਚ ਭਾਰਤੀ ਜਿਹੜਾ ਕੌਂਸਲੇਟ ਹੈ ਉਹਨੂੰ ਘੇਰਿਆ ਗਿਆ, ਉੱਥੇ ਸੈਂਕੜਿਆਂ ਦੀ ਹਜ਼ਾਰਾਂ ਦੀ ਗਿਣਤੀ 'ਚ ਕਾਰਾਂ ਲੈ ਕੇ ਗਏ। ਸਰੀ ਦੇ ਵਿੱਚ ਹਰ ਇੰਟਰਸੈਕਸ਼ਨ ਤੇ ਪੰਜਾਬੀ ਜਿਹੜੇ ਨੇ ਬੱਚਿਆਂ ਸਮੇਤ ਉਹ ਵੀ ਉੱਥੇ ਫਲਾਇਰ ਲੈ ਕੇ ਖੜੇ ਨੇ ਕਿ ਅਸੀਂ ਫਾਰਮਰਸ ਦੀ ਸਪੋਰਟ ਕਰਦੇ ਹਾਂ। ਕੈਲੀਫੋਰਨੀਆ 'ਚ, ਜਰਮਨੀ 'ਚ, ਫਰਾਂਸ 'ਚ, ਯੂਕੇ 'ਚ, ਨਿਊਜ਼ੀਲੈਂਡ 'ਚ, ਆਸਟ੍ਰੇਲੀਆ 'ਚ, ਜਿੱਥੇ ਜਿੱਥੇ ਪੰਜਾਬੀ ਵੱਸਦਾ ਉਹਨਾਂ ਨੇ ਆ ਕੇ ਇਸ ਸੰਘਰਸ਼ ਦੀ ਹਮਾਇਤ ਕੀਤੀ ਹੈ। ਸੋ ਹੁਣ ਇੰਟਰਨੈਸ਼ਨਲ ਸਪੋਰਟ ਮਿਲੀ ਹੈ। ਇਸ ਕਰਕੇ ਮੋਦੀ ਜੀ ਤੁਸੀਂ ਬਾਹਰ ਨਿਕਲੋ। ਤੁਸੀਂ ਜੇ ਕਿਸੇ ਦੇਸ਼ ਦੇ ਰਾਸ਼ਟਰਪਤੀ ਦਾ ਕੁੱਤਾ ਵੀ ਮਰ ਜਾਏ ਤੁਸੀਂ ਟਵੀਟ ਕਰ ਦਿੰਦੇ ਹੋ, ਤੇ ਹੁਣ ਤੁਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਇੱਥੇ ਮਾਰਨ ਵਾਸਤੇ ਛੱਡਿਆ ਹੋਇਆ। ਤਿੰਨ ਕਿਸਾਨਾਂ ਦੀ ਤਾਂ ਡੈਥ ਵੀ ਹੋ ਚੁੱਕੀ ਹੈ, ਦਿਲ ਦਾ ਦੌਰਾ ਪੈ ਗਿਆ, ਕੋਈ ਹੋਰ ਗੰਭੀਰ ਬਿਮਾਰੀ ਦਾ ਸ਼ਿਕਾਰ ਸੀ। ਸੋ ਤੁਸੀਂ ਇੰਨੀ ਠੰਡ 'ਚ ਆਪਦੇ ਹੀ ਲੋਕ ਕਿਉਂ ਮਰਨ ਵਾਸਤੇ ਛੱਡੇ ਹੋਏ ਨੇ? ਬਾਹਰ ਨਿਕਲੋ, ਬਾਹਰ ਨਿਕਲ ਕੇ ਕਿਸਾਨਾਂ ਨੂੰ ਬਹਿਨੋ ਭਾਈਓ ਕਹਿ ਕੇ ਸੰਬੋਧਨ ਕਰੋ ਤੇ ਉਹਨਾਂ ਨੂੰ ਕਹੋ ਕਿ ਹਾਂ ਗਲਤੀਆਂ ਹੋ ਜਾਂਦੀਆਂ ਨੇ, ਸਰਕਾਰ ਕਿਸੇ ਹੋਰ ਮਨਸ਼ਾ ਨਾਲ ਇਹ ਕਾਨੂੰਨ ਲਿਆ ਬੈਠੀ ਤੇ ਅਸੀਂ ਇਹਨਾਂ ਕਾਨੂੰਨਾਂ ਨੂੰ ਲੋਕਾਂ ਦੇ ਰੋਹ ਨੂੰ, ਲੋਕਾਂ ਦੇ ਵਿਦਰੋਹ ਨੂੰ, ਲੋਕਾਂ ਦੇ ਜੋਸ਼ ਨੂੰ ਤੇ ਲੋਕਾਂ ਦੇ ਹੋਸ਼ ਨੂੰ ਦੇਖਦੇ ਹੋਏ ਵਾਪਸ ਲੈਣੇ ਆ। ਔਰ ਅਸੀਂ ਆਮ ਆਦਮੀ ਪਾਰਟੀ ਵੱਲੋਂ ਸਾਡੇ ਰਾਜ ਸਭਾ ਦੇ ਜਿਹੜੇ 3 MP ਨੇ ਉਹ ਵੀ ਸਪੀਕਰ ਸਾਹਿਬ ਨੂੰ ਚਿੱਠੀ ਲਿਖ ਰਹੇ ਨੇ ਕਿ ਰਾਜ ਸਭਾ ਦਾ ਸੈਸ਼ਨ ਬੁਲਾਓ। ਮੈਂ ਚਿੱਠੀ ਲਿਖ ਚੁੱਕਿਆ ਤੇ ਲੋਕ ਸਭਾ ਦਾ ਸੈਸ਼ਨ ਬੁਲਾ ਕੇ ਜੇ ਪ੍ਰਸਤਾਵ ਲਿਆਉਣਗੇ ਇਹਨੂੰ ਵਾਪਸ ਲੈਣ ਦਾ ਤਾਂ ਅਸੀਂ ਉਹਦਾ ਜ਼ੋਰਦਾਰ ਸਮਰਥਨ ਕਰਾਂਗੇ, ਤਾਂ ਕਿ ਜਿਹੜੇ ਟਰੈਕਟਰ ਜਿਹੜੇ ਨੇ ਉਹਨਾਂ ਦੇ ਮੂੰਹ ਜਿਹੜੇ ਦਿੱਲੀ ਵੱਲ ਨੇ ਉਹਨਾਂ ਨੂੰ ਆਪਣੇ ਖੇਤਾਂ ਵੱਲ ਕੀਤਾ ਜਾ ਸਕੇ ਤੇ ਲੋਕ ਖੁਸ਼ੀ-ਖੁਸ਼ੀ ਆਪਣੇ ਘਰੇ ਆਉਣ। ਕੋਈ ਹੋਰ ਕਿਸੇ ਦਾ ਸਵਾਲ ਕੋਈ ਹੋਵੇ? ਇੱਕ ਮਿੰਟ ਪਹਿਲਾਂ ਇੱਕ ਸਵਾਲ ਹੈ। ਮੋਦੀ ਸਾਹਿਬ ਦੀ ਮੈਂ ਲਾਈਵ ਚੈਟ ਚੱਲ ਰਹੀ ਸੀਗੀ, ਉਹਦੇ 'ਚ ਇਹ ਕਿਹਾ ਕਿ ਅਗਲੇ ਹਫ਼ਤੇ ਵੈਕਸੀਨ ਤਿਆਰ ਹੋ ਜਾਏਗੀ ਤੇ ਆਲ ਪਾਰਟੀ ਮੀਟਿੰਗ 'ਚ ਡਿਸਕਸ ਕਰਾਂਗੇ ਬੁਲਾ ਕੇ। ਤੇ ਕਿਸਾਨਾਂ ਵਾਲੇ ਮੁੱਦੇ ਦੀ ਕਿਉਂ ਨਹੀਂ ਆਲ ਪਾਰਟੀ ਮੀਟਿੰਗ? ਮੈਂ ਉਹੀ ਤਾਂ ਕਹਿਣਾ ਜੀ, ਦੇਖੋ ਲੋਕਾਂ ਨੂੰ ਤਾਂ ਕਰੋਨੇ ਤੋਂ ਡਰਾ ਰੱਖਿਆ, ਬਾਹਰ ਨਾ ਨਿਕਲੋ। ਤੇ ਆਪ ਬਿਹਾਰ ਦੀਆਂ ਚੋਣਾਂ ਵੇਲੇ ਕਿੱਡੀਆਂ ਰੈਲੀਆਂ, ਹੈਦਰਾਬਾਦ ਦੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਵੇਲੇ ਅਮਿਤ ਸ਼ਾਹ ਰੋਡ ਸ਼ੋਅ ਕਰ ਰਿਹਾ ਲੱਖਾਂ ਬੰਦਿਆਂ ਦਾ।
ਤੇ ਹੁਣ ਵੈਕਸੀਨ ਵਾਸਤੇ ਆਲ ਪਾਰਟੀ ਮੀਟਿੰਗ ਕਹਿੰਦੇ ਬੁਲਾ ਲਾਂਗੇ, ਪਰ ਕਰੋਨਾ ਨਾਲੋਂ ਵੀ ਜ਼ਿਆਦਾ ਖਤਰਨਾਕ ਕਿਸਾਨਾਂ ਲਈ ਜਿਹੜੇ ਕਾਨੂੰਨ ਨੇ ਉਹਨਾਂ ਵਾਸਤੇ ਕੁਝ ਨਹੀਂ। ਸੋ ਅਸੀਂ ਤਾਂ ਇਹ ਕਹਾਂਗੇ ਕਿ ਇਸ ਵਕਤ ਬਾਕੀ ਸਭ ਸੈਕੰਡਰੀ ਕਰ ਦੋ, ਪ੍ਰਾਇਮਰੀ ਤੇ ਪਹਿਲੇ ਨੰਬਰ ਤੇ ਇਹ ਅੰਦੋਲਨ ਦੇ ਮੁੱਦੇ, ਇਹ ਅੰਦੋਲਨ 'ਚ ਲੋਕਾਂ ਦਾ ਜੋਸ਼ ਦੇਖੋ, ਤਾਂ ਕਿ ਜਿਹੜੀ ਸਰਕਾਰ ਹੈ ਉਹ ਲੋਕਾਂ ਦੇ ਦੁਆਰਾ ਚੁਣੀ ਜਾਂਦੀ ਹੈ ਤੇ ਉਹ ਲੋਕਾਂ ਲਈ ਹੀ ਕੰਮ ਕਰਨਾ ਚਾਹੀਦਾ ਹੈ, ਨਾ ਕਿ ਏਸੀ ਕਮਰਿਆਂ 'ਚ ਬਹਿ ਕੇ ਕਾਨੂੰਨ ਬਣਾ ਕੇ ਬਾਅਦ 'ਚ ਕਦੋਂ ਆ ਜਾਓ ਤੁਹਾਡੇ ਨਾਲ ਗੱਲ ਕਰਦੇ ਹਾਂ, ਸਮਝਾਉਂਦੇ ਹਾਂ, ਤੁਸੀਂ ਭ੍ਰਮਿਤ ਲੋਕ ਨਹੀਂ ਹੈਗੇ, ਭ੍ਰਮਿਤ ਕਿਸਾਨ ਨਹੀਂ ਹੈਗੇ ਕਿਸੇ ਭਰਮ 'ਚ। ਭਰਮ ਦੇ ਵਿੱਚ ਬੀਜੇਪੀ ਜ਼ਰੂਰ ਹੈ, ਉਹਨਾਂ ਨੂੰ ਇਹ ਭਰਮ ਹੈ ਸ਼ਾਇਦ ਇਹਨਾਂ ਨੂੰ ਅਸੀਂ ਐਂ ਪਹਿਲਾਂ ਵਾਂਗੂ ਖਤਮ ਕਰ ਲਾਂਗੇ ਜਿਵੇਂ ਹੋਰ ਕਾਨੂੰਨ ਲਾਗੂ ਕਰਵਾਏ ਨੇ, ਪਰ ਇਹ ਕਾਨੂੰਨ ਜਿਹੜਾ ਇਹ 'ਚ ਪੰਜਾਬ ਦੀ ਹੋਂਦ ਦਾ ਸਵਾਲ ਆ ਗਿਆ। ਜ਼ਮੀਨ ਮਾਂ ਕਹਿੰਦਾ ਕਿਸਾਨ ਨੂੰ, ਜ਼ਮੀਨ ਨੂੰ, ਉਸ ਜ਼ਮੀਨ ਤੇ ਜੇ ਕੋਈ ਇਸ ਤਰ੍ਹਾਂ ਦੇ ਕਾਨੂੰਨ ਬਣਾ ਕੇ ਕੋਈ ਅੱਖ ਰੱਖੂਗਾ ਵੀ ਉਹਨੂੰ ਹਥਿਆਉਣ ਦੀ, ਤਾਂ ਫਿਰ ਕਿਸਾਨ ਜਿਹੜਾ ਉਹ ਸਭ ਕੁਝ ਵਾਰਨ ਲਈ ਤਿਆਰ ਹੈ ਤੇ ਭਾਈਚਾਰਕ ਸਾਂਝ ਦੇਖਣ ਨੂੰ ਮਿਲ ਰਹੀ ਹੈ। ਔਰ ਮੈਂ ਕਿਸਾਨ ਜਥੇਬੰਦੀਆਂ ਨੂੰ ਤੇ ਉਹਨਾਂ ਦੇ ਜਿੰਨੇ ਵੀ ਕਿਸਾਨ ਭਰਾ ਉੱਥੇ ਬੈਠੇ ਨੇ, ਕਿਉਂਕਿ ਇਹ ਪੋਲੀਟੀਕਲ ਅੰਦੋਲਨ ਨਹੀਂ ਹੈਗਾ ਤੇ ਉਹਨਾਂ ਦਾ ਹੀ ਫੈਸਲਾ ਹੈ, ਪਰ ਫਿਰ ਵੀ ਅਸੀਂ ਸੇਵਾ ਭਾਵ ਦੇ ਵਿੱਚ ਕੋਈ ਅਸੀਂ ਕਮੀ ਨਹੀਂ ਛੱਡਾਂਗੇ। ਦਿੱਲੀ ਸਰਕਾਰ ਵੱਲੋਂ ਬਾਰਡਰ ਤੇ ਪਾਣੀ ਦੀ ਸਪਲਾਈ, ਮੋਬਾਈਲ ਡਿਸਪੈਂਸਰੀਆਂ, ਐਂਬੂਲੈਂਸਿਸ, ਦਵਾਈਆਂ, ਮਾਸਕ, ਸੈਨੀਟਾਈਜ਼ਰ, ਰੋਟੀ ਪਾਣੀ, ਜੋ ਵੀ ਉਹਨਾਂ ਨੂੰ ਚਾਹੀਦਾ ਹੋਊਗਾ ਸਾਡੇ ਨਾਲ ਉਹ ਸੰਪਰਕ ਕਰਦੇ ਨੇ, ਹਰ ਰੋਜ਼ ਅਸੀਂ ਪਹੁੰਚਾਉਂਦੇ ਹਾਂ ਤੇ ਅਸੀਂ ਇਹ ਕਰਦੇ ਰਹਾਂਗੇ। ਬਿਲਕੁਲ ਗੈਰ ਰਾਜਨੀਤਿਕ, ਕੋਈ ਅਸੀਂ ਇਹਦਾ ਕੋਈ ਲਾਹਾ ਜਾਂ ਕੋਈ ਸਿਆਸੀ ਲਾਹਾ ਜਾਂ ਕੋਈ ਹੋਰ ਅਸੀਂ ਸੋਚ ਨਹੀਂ ਸਕਦੇ। ਮਾਨ ਸਾਹਿਬ, ਸ਼੍ਰੋਮਣੀ ਅਕਾਲੀ ਦਲ ਕਹਿ ਰਹੇ ਕਿ ਅਸੀਂ ਹੋਰ ਆਪੋਜੀਸ਼ਨ ਪਾਰਟੀਆਂ ਨੂੰ ਇਕੱਠੇ ਕਰ ਰਹੇ ਹਾਂ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਵਫਦ ਕਹਿ ਰਹੇ ਕਿ ਮਮਤਾ ਬੈਨਰਜੀ ਨੂੰ ਮਿਲਣੇ ਜਾ ਰਹੇ ਹਾਂ ਆਪਾਂ, ਉਸ ਤੋਂ ਬਾਅਦ ਜਿਹੜੇ ਮਹਾਰਾਸ਼ਟਰ ਦੇ ਸ਼ਿਵ ਸੈਨਾ ਉਹਨੂੰ ਮਿਲਾਂਗੇ ਤੇ ਇਸ ਮੁੱਦੇ ਤੇ ਇਕੱਠਾ ਕਰ ਰਹੇ ਹਾਂ ਸਾਰਿਆਂ ਨੂੰ। ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦੇਖਦੀ ਹੈ? ਦੇਖੋ, ਪਹਿਲੀ ਗੱਲ ਤਾਂ ਇਹ ਹੈ, ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲਾਂ 3 ਮਹੀਨੇ ਤਾਂ ਸਮਝਾਉਂਦਾ ਰਿਹਾ ਕਿ ਬਿੱਲ ਬਹੁਤ ਵਧੀਆ ਨੇ, ਜਦੋਂ ਇਕੱਠੇ ਕਰਨੇ ਸੀ ਉਹ ਤਾਂ ਕੀਤੇ ਨਹੀਂ। ਸ਼੍ਰੋਮਣੀ ਅਕਾਲੀ ਦਲ ਆਪ ਹੀ ਇਕੱਠੇ ਹੋ ਜਾਣ ਸਾਰੇ, ਉਹ ਇਸ ਗੱਲ ਦੀ ਉਹ ਨਾ ਕਰਨ ਕਿ ਅਸੀਂ ਸਾਰੇ ਦੇਸ਼ 'ਚੋਂ ਹੁਣ ਕੋਈ ਮੂਵਮੈਂਟ ਖੜੀ ਕਰ ਦੇਂਗੇ। ਬਾਦਲ ਸਾਹਿਬ ਨੇ ਕੱਲ ਅਵਾਰਡ ਵਾਪਸ ਕੀਤੇ ਆ, ਮੈਂ ਕਹਿੰਦਾ ਕਿ ਅਵਾਰਡ ਵਾਪਸ ਕਰਨ ਦੀ ਬਜਾਏ ਕਾਨੂੰਨ ਵਾਪਸ ਕਰਾਉਣ ਲਈ, ਜੇ ਉਸ ਵੇਲੇ ਜੂਨ 5 ਦੇ ਵਿੱਚ ਨੂੰ ਜਦੋਂ ਇਹ ਆਰਡੀਨੈਂਸ ਆਇਆ ਉਦੋਂ ਬਾਦਲ ਸਾਹਿਬ ਕਿਤੇ ਉੱਥੇ ਜਾ ਕੇ ਦਿੱਲੀ ਮੋਦੀ ਜੀ ਨੂੰ ਮਿਲ ਲੈਂਦੇ ਤੇ ਕਹਿੰਦੇ ਵੀ ਨਹੀਂ ਇਹ ਨਹੀਂ ਕਰ ਸਕਦਾ ਲਾਗੂ, ਤਾਂ ਸ਼ਾਇਦ ਬਾਦਲ ਸਾਹਿਬ ਨੂੰ ਅਵਾਰਡ ਵੀ ਨਹੀਂ ਵਾਪਸ ਕਰਨਾ ਪੈਣਾ ਸੀ ਤੇ ਲੋਕਾਂ ਨੂੰ ਵੀ ਆਹ ਦਿਨ ਨਹੀਂ ਦੇਖਣੇ ਪੈਣੇ ਸੀ। ਜਾਨ ਮਾਲ ਦਾ ਜਿਹੜਾ ਨੁਕਸਾਨ ਹੋਈ ਜਾਂਦਾ ਉਹ ਹੋਣਾ ਨਹੀਂ ਸੀ। ਇਹਦੇ ਵਾਸਤੇ ਜੋ ਉਹ ਸਭ ਤੋਂ ਵੱਧ ਜ਼ਿੰਮੇਵਾਰ ਅਕਾਲੀ ਦਲ ਵਾਲੇ ਨੇ, ਜਿਹੜੇ ਐਨਡੀਏ 'ਚ ਰਹਿ ਕੇ ਇਹਨਾਂ ਬਿੱਲਾਂ ਦੀ ਤਾਰੀਫ ਕਰਦੇ ਰਹੇ, ਫਿਰ ਲੋਕਾਂ ਦੇ ਸੰਘਰਸ਼ ਮੂਹਰੇ ਉਹਨਾਂ ਨੂੰ ਗੋਡੇ ਟੇਕਣੇ ਪਏ। ਸਾਹਿਬ, ਸ਼ਰਾਰਤੀ ਅਨਸਰ ਪਕੜੇ ਗਏ ਹੈ ਦਿੱਲੀ ਦੇ ਵਿੱਚ, ਜਿਹੜੇ ਧਰਨੇ ਦੇ ਵਿੱਚ ਬਹੁਤ ਆ ਰਹੇ, ਉਹਨਾਂ ਨੂੰ ਛਡਾਉਣ ਵਾਸਤੇ ਉੱਥੋਂ ਦੀ ਪੁਲਿਸ ਆ ਰਹੀ ਹੈ, ਕਿਵੇਂ ਦੇਖੋ ਸਰਕਾਰ ਪਹੁੰਚੀ? ਦੇਖੋ ਫਿਰ ਇੱਥੋਂ ਸਿੱਧ ਹੁੰਦਾ ਨਾ ਕਿ ਉਹ ਆਪ ਭੇਜ ਰਹੀ ਹੈ, ਸਰਕਾਰ ਪੁਲਿਸ ਆਪ ਭੇਜ ਰਹੀ ਹੈ ਉਹਨਾਂ ਦੇ ਵਿੱਚ ਕੋਈ ਸ਼ਰਾਰਤੀ ਅਨਸਰ, ਤਾਂ ਕਿ ਇਹਨਾਂ ਦੇ ਜਿਹੜੇ ਸੰਘਰਸ਼ ਦਾ ਮੂੰਹ ਜਿਹੜਾ ਉਹ ਕਿਸੇ ਹੋਰ ਪਾਸੇ ਨੂੰ ਮੋੜਿਆ ਜਾ ਸਕੇ। ਪਰ ਮੈਂ ਇਸ ਗੱਲੋਂ ਵੀ ਤੁਹਾਨੂੰ ਯਾਦ ਵੀ ਕਰਾਉਣਾ ਚਾਹੁੰਦਾ, ਔਰ ਮੈਂ ਉਹਨਾਂ ਅੰਦੋਲਨਕਾਰੀਆਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ 3 ਮਹੀਨੇ 300 ਜਗ੍ਹਾ ਤੇ ਪੰਜਾਬ 'ਚ ਬੈਠੇ ਰਹੇ ਨੇ। ਰੋੜਾ ਜਾਂ ਪੱਥਰ ਤਾਂ ਵੱਡੀ ਗੱਲ ਹੈ, ਕੋਈ ਛੋਟਾ ਜਿਹਾ ਕੰਕਰ ਵੀ ਉਛਲਿਆ ਇੱਥੇ। ਫਿਰ ਜਦੋਂ ਪੰਜਾਬ ਤੋਂ ਹਰਿਆਣੇ ਨੂੰ ਗਏ ਤਾਂ ਅਥਰੂ ਗੈਸ ਦੇ ਗੋਲੇ ਕਿੱਧਰਲੇ ਪਾਸਿਓਂ ਆਏ? ਹਰਿਆਣਾ ਪੁਲਿਸ ਵੱਲੋਂ, ਇਧਰੋਂ ਤਾਂ ਨਹੀਂ ਆਇਆ ਨਾ ਕੋਈ। ਮੈਂ ਤਾਂ ਇਹ ਕਹਿਣਾ ਕਿਸਾਨਾਂ ਦੇ ਤਾਂ ਪਹਿਲੀ ਰੋ ਕੇ ਅਥਰੂ ਖਤਮ ਹੋਏ ਪਏ ਨੇ ਅੱਖਾਂ 'ਚੋਂ। ਅਥਰੂ ਗੈਸ ਦੇ ਗੋਲੇ ਛੱਡ ਕੇ ਕਿਹੜੇ ਅਥਰੂ ਇਹਨਾਂ ਦੀਆਂ ਅੱਖਾਂ 'ਚੋਂ ਕੱਢਣ ਨੂੰ ਫਿਰਦੇ ਹੋਣ? ਕਰਜ਼ੇ ਥੱਲੇ ਪਿਆ, ਰੋਜ਼ ਖੁਦਕੁਸ਼ੀਆਂ ਦਾ ਸਿਲਸਿਲਾ ਚੱਲ ਰਿਹਾ ਤੇ ਤੁਸੀਂ ਉਹਨੂੰ ਅਥਰੂ ਗੈਸ ਨਾਲ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਜਿਹੜੇ ਮਿੱਟੀ 'ਚੋਂ ਸੋਨਾ ਗਾ ਲੈਂਦੇ ਨੇ ਉਹਨਾਂ ਨੂੰ ਆਪਦੇ ਹੱਕਾਂ ਲਈ ਲੜਨਾ ਆਉਂਦਾ ਜੀ। ਦੇਖੋ, ਜੇ ਇਸ ਵਕਤ ਕੋਈ ਬੇਮੌਸਮੇ ਗੜੇ ਪੈ ਜਾਣ, ਰੱਬ ਨਾ ਕਰੇ, ਉਹ ਵੀ ਕੇਜਰੀਵਾਲ ਤੇ ਲਾਉਣਗੇ ਇਹ। ਜੇ ਜ਼ਿਆਦਾ ਗਰਮੀ ਪੈ ਜੇ ਉਹ ਵੀ ਕੇਜਰੀਵਾਲ ਕਰਕੇ ਹੈ, ਜੇ ਜ਼ਿਆਦਾ ਠੰਡ ਪੈ ਜੇ ਉਹ ਵੀ ਕੇਜਰੀਵਾਲ ਕਰਕੇ ਹੈ। ਸੋ ਉਹ ਤਾਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ, ਅਸੀਂ ਤਾਂ ਉਹਨਾਂ ਦੀ ਸੇਵਾ ਭਾਵ ਨਾਲ ਸੇਵਾ ਕਰ ਰਹੇ ਹਾਂ। ਉਹਨਾਂ ਨੂੰ ਜੋ ਚਾਹੀਦਾ ਜ਼ਰੂਰੀ ਜਿਹੜੀਆਂ ਚੀਜ਼ਾਂ ਉਹ ਅਸੀਂ ਪ੍ਰੋਵਾਈਡ ਕਰਾ ਰਹੇ ਹਾਂ। ਅਸੀਂ ਕਿਉਂ ਸ਼ਾਂਤੀ ਖਰਾਬ ਕਰਾਂਗੇ ਜੀ ਉਹਨਾਂ ਦੀ? ਅਸੀਂ ਖੁਦ ਕਹਿੰਦੇ ਹਾਂ ਕਿ ਸ਼ਾਂਤੀਪੂਰਵਕ ਸੰਘਰਸ਼ ਹੈ। ਸਾਥੋਂ ਜੇਲ੍ਹਾਂ ਵਾਸਤੇ ਉਹਨਾਂ ਨੇ 9 ਸਟੇਡੀਅਮਾਂ ਦੀ ਪਰਮਿਸ਼ਨ ਮੰਗੀ ਸੀ ਕਿ ਜੇਲ੍ਹਾਂ ਬਣਾਵਾਂਗੇ। ਕੀ ਗੱਲ ਕੋਈ ਫੌਜ ਚੜ ਕੇ ਆ ਰਹੀ ਸੀ? ਕੋਈ ਜੰਗੀ ਕੈਦੀ ਰੱਖਣੇ ਸੀ ਉੱਥੇ? ਤਾਂ ਅਸੀਂ ਕਿਹਾ ਵੀ ਜਦੋਂ ਸ਼ਾਂਤੀਪੂਰਨ ਸੰਘਰਸ਼ ਹੈ, ਉਹਨਾਂ ਦਾ ਸੰਵਿਧਾਨ 'ਚ ਉਹਨਾਂ ਨੂੰ ਹੱਕ ਹੈ, ਉਹ ਕਰ ਸਕਦੇ ਨੇ, ਤਾਂ ਅਸੀਂ ਜੇਲ੍ਹਾਂ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ। ਉਹ ਤੋਂ ਬਾਅਦ ਬਸ ਇਹ ਦੋ ਅਕਾਲੀ ਦਲ, ਕਾਂਗਰਸ, ਬੀਜੇਪੀ ਸਾਰੇ ਕੇਜਰੀਵਾਲ ਦੇ ਪਿੱਛੇ ਪੈ ਗਏ। ਤਾਂ ਸਾਡੀ ਤਾਂ ਆਪਦੀ ਪਾਰਟੀ ਅੰਦੋਲਨ 'ਚੋਂ ਨਿਕਲੀ ਹੈ ਜੀ, ਐਂਟੀ ਕਰਪਸ਼ਨ ਮੂਵਮੈਂਟ 'ਚੋਂ ਨਿਕਲੀ ਹੈ। ਉੱਥੇ ਵੀ ਕੋਸ਼ਿਸ਼ਾਂ ਹੋਈਆਂ ਸੀ ਕਿ ਇਹ ਸੰਘਰਸ਼ ਨੂੰ ਕੋਈ ਹੋਰ ਰੂਪ ਦਿੱਤਾ ਜਾਵੇ, ਪਰ ਜਦੋਂ ਲੋਕ ਆਪ ਮੂਹਰੇ ਲੱਗੇ ਹੋਣ
ਫਿਰ ਇਸ ਤਰ੍ਹਾਂ ਦੀ ਕੋਈ ਚਾਲ ਇਹਨਾਂ ਦੀ ਕੋਈ ਸ਼ਰਾਰਤੀ ਅੰਸਰ ਭੇਜਣ ਦੀ ਜਾਂ ਕੋਈ ਹੋਰ ਇਹ ਕਾਮਯਾਬ ਨਹੀਂ ਹੋ ਸਕਦਾ। ਸਰ ਕੁਝ ਬਾਲੀਵੁੱਡ ਦੇ ਕਲਾਕਾਰ ਵੀ ਖਿਲਾਫਤ ਕਰ ਰਹੇ ਨੇ ਕਿਸਾਨੀ ਦੀ ਟਵੀਟ ਵਾਰ ਚੱਲ ਰਹੀ ਹੈ ਇਸ ਵਕਤ। ਮੇਰੇ ਨੋਟ ਪਰ ਕੇ ਕਹਿੰਦੇ ਨੇ ਕਿ 100 ਰੁਪਏ ਚ ਬੀਬੀਆਂ ਜਿਹੜੀਆਂ ਉਹ ਆਉਂਦੀਆਂ ਕਿਰਾਏ ਤੇ। ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿਸਾਨੀ ਦੇ ਖਿਲਾਫ ਇੱਕ आरएसएस ਦੀ बीजेपी ਦੀ ਭਾਸ਼ਾ ਬੋਲੀ ਜਾ रही है हिंदी ਚ? देखिए, कंगना रनौत ने जो ट्वीट किया एक बुजुर्ग महिला के लिए कि वो 100 रुपया दिहाड़ी पर आती हैं, बहुत ही अपमानजनक, बहुत ही शर्मनाक है। एक लेडी के खिलाफ बोल रही है और उस माता ने जो जवाब दिया उससे तो मतलब मैं कह सकता हूं कि बहुत तसल्ली मिली दिल को। उसने कहा कि मैं 100 रुपये की नहीं, तू मेरे साथ खेत में आके काम कर, तुझे 5-7 रुपए ज्यादा दूंगी। मतलब एक 80-85 साल की महिला के लिए आप ऐसे अपने बैठ के एसी बंगलों में आप बयान दे रहे हैं, शर्म आनी चाहिए। और जितना भी इसका विरोध किया जाए उतना कम है। देखो, अरविंद केजरीवाल जी ने यह गल स्पष्ट की है कि ਜਿਹੜੇ ਇਹ ਕਾਨੂੰਨ ਨੇ ਉਹਨਾਂ ਦਾ ਤਾਂ ਉਹਦੇ ਨਾਲ ਕੋਈ ਸੰਬੰਧ ਹੀ ਨਹੀਂ, ਉਹ ਤਾਂ ਮੰਡੀ ਦੀ ਐਕਸਟੈਂਡੇਸ਼ਨ ਵਾਸਤੇ ਹੈ। ਪਰ ਇਹ ਹਰ ਵਕਤ ਕੇਜਰੀਵਾਲ ਮੈਂ ਪਹਿਲਾਂ ਵੀ ਕਿਹਾ, ਜਿਹੜੇ ਕੈਪਟਨ ਸਾਹਿਬ ਨੇ ਉਹ ਬੀਜੇਪੀ ਦੇ ਮੁੱਖ ਮੰਤਰੀ ਨੇ ਜੋ ਦਿੱਲੀ ਗਏ ਨੇ, ਅਮਿਤ ਸ਼ਾਹ ਨੇ ਬੁਲਾਇਆ, ਨਾ ਤਾਂ ਆਪਦੀ ਹਾਈ ਕਮਾਂਡ ਨੂੰ ਮਿਲੇ, ਨਾ ਸੋਨੀਆ ਗਾਂਧੀ ਨੂੰ ਪ੍ਰਧਾਨ ਨੂੰ ਵੀ ਕੀ ਕਹਿਣਾ ਕੀ ਗੱਲ ਕਰੀਏ, ਸਿੱਧੇ ਗਏ ਔਰ ਸਿੱਧੇ ਹੀ ਵਾਪਸ ਆਏ ਨੇ। ਪਤਾ ਨਹੀਂ ਕੀ ਗਿਟਮਿਟ ਕਰਕੇ ਆਏ ਨੇ। ਆ ਕੇ ਉਹਨਾਂ ਦਾ ਫਰਜ਼ ਬਣਦਾ ਸੀ ਦੱਸਣਾ ਕਿ ਆਹ ਗੱਲ ਹੋਈ ਆ ਅਮਿਤ ਸ਼ਾਹ ਨਾਲ। ਆ ਕੇ ਸਿਰਫ ਇਹ ਦੱਸਿਆ ਜੀ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਬਣ ਜਾਊਗਾ, ਇਹਨੂੰ ਜਿਹੜਾ ਛੇਤੀ ਹੱਲ ਕਰ ਦਿਓ। ਮੈਨੂੰ ਨਹੀਂ ਸਮਝ ਆਉਂਦੀ ਕਿ ਕੈਪਟਨ ਸਾਹਿਬ ਹਰ ਗੱਲ 'ਚ ਕਿਸਾਨਾਂ ਦੇ ਅੰਦੋਲਨ ਦੀ ਬਾਰੇ ਗੱਲ ਕਰਦੇ ਹੋਏ ਕਦੇ ਪਾਕਿਸਤਾਨ ਕਦੇ ਨੈਸ਼ਨਲ ਸਿਕਿਉਰਿਟੀ ਕਿਉਂ ਵਿੱਚ ਲੈ ਆਉਂਦੇ ਆ। ਸੋ ਕਿਤੇ ਨਾ ਕਿਤੇ ਇਹ ਨਹੀਂ ਜੀ, ਉਹ ਅਸੀਂ ਕਲੀਅਰ ਕਰਤਾ। ਅਸੀਂ ਤਾਂ 12 ਅਕਤੂਬਰ 2020 ਨੂੰ ਪਹਿਲੀ ਵਾਰ ਪੰਜਾਬ ਦੇ ਸਾਰੇ ਐਮਐਲਏ, ਦਿੱਲੀ ਦੇ ਮੰਤਰੀ, ਅਰਵਿੰਦ ਕੇਜਰੀਵਾਲ ਜੀ ਖੁਦ ਜੰਤਰ ਮੰਤਰ ਤੇ ਧਰਨਾ ਦੇ ਕੇ ਕਿਹਾ ਸੀ ਕਾਨੂੰਨ ਵਾਪਸ ਲਓ। ਸੋ ਅਸੀਂ ਅੱਜ ਵੀ ਕਹਿੰਦੇ ਆ ਇਹ ਕਾਨੂੰਨ ਵਾਪਸ ਲਓ। ਮੈਂ ਸਪੀਕਰ ਸਾਹਿਬ ਨੂੰ ਚਿੱਠੀ ਲਿਖੀ ਹੈ, ਸਪੈਸ਼ਲ ਅਧੀਰ ਰੰਜਨ ਚੌਧਰੀ ਜੀ ਨੇ ਲਿਖੀ ਹੈ, ਹੋਰ ਵੀ ਐਮਪੀਆਂ ਨੇ ਲਿਖੀ ਹੈ ਕਿ ਇੱਕ ਦਿਨ ਦਾ ਸੈਸ਼ਨ ਬੁਲਾ ਲਓ, ਇਹ ਕਾਨੂੰਨ ਵਾਪਸ ਲੈ ਲਓ, ਅਸੀਂ ਤੁਹਾਡਾ ਸਮਰਥਨ ਕਰਾਂਗੇ। ਤੁਸੀਂ ਇਹ ਗੱਲ ਵੀ ਐਡਮਿਟ ਕਰ ਲਓ कि साथों गलती होगी, जिमें कानून पास कराए ने, जो इस कानून के पक्ष में हाँ कहें, जो इस पक्ष में नहीं है ना कहें, हाँ वालों की जीत हुई, हाँ वालों की जीत आए हैं, इदा धक्के नाल पास कराए ने। की लोड़ पई सी, किहड़ी एमरजेंसी आई सी कि जिहड़े कानून कोरोना की आफत दे विच जिहड़ा एक पास कराने पै गए। सो आपदा में से अफसर ढूंढ रहे हैं जो कि जिस मकसद में बीजेपी की सरकार टोटल फेल हुई है, और किसान जो है पूरे देश के वो एकजुट हैं, और ये लोक आंदोलन है, किसान आंदोलन है, और इसको कामयाब करने के लिए आम आदमी पार्टी दिल्ली में सरकार है, जितना भी उनकी सुविधा के लिए खातिरदारी कर सकती है हम करते रहेंगे। मान साहब एक सवाल हो रहा है, ਜਿਹੜੀ ਮੀਟਿੰਗਾਂ ਹੋ ਰਹੀਆਂ ਉਹਦੇ ਵਿੱਚ ਹਰਿਆਣਾ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਲੈ ਕੇ ਜਾ ਰਹੇ, ਪੰਜਾਬ ਨੂੰ ਲੈ ਕੇ ਜਾ ਰਹੇ ਨੇ, ਕਿਤੇ ਨਾ ਕਿਤੇ ਨਹੀਂ ਹਰਿਆਣਾ ਦੇ ਗੁਰਨਾਮ ਸਿੰਘ ਚੜੂਣੀ ਗਏ ਸੀਗੇ। ਨਹੀਂ ਕੱਲ ਜਿਹੜੀ ਇੱਕ ਗੱਲ ਹੋਰ ਮੈਂ ਦੱਸਦਾ ਕਿ ਕਿਸਾਨਾਂ ਨੇ ਕੱਲ ਜਿਹੜੀ ਇੱਕ ਬਹੁਤ ਵਧੀਆ ਗੱਲ ਕੀਤੀ ਕਿ ਸਰਕਾਰ ਵੱਲੋਂ ਉਹਨਾਂ ਨੂੰ ਲੰਚ ਆਫਰ ਕੀਤਾ ਗਿਆ। ਉਹ ਕਹਿੰਦੇ ਅਸੀਂ ਤੁਹਾਡਾ ਨਮਕ ਨਹੀਂ ਖਾਣਾ, ਅਸੀਂ ਤਾਂ ਆਪਣਾ ਲੰਗਰ ਲੈ ਕੇ ਆਏ ਹਾਂ। ਕੱਲ ਉੱਥੇ ਚੰਡੂਣੀ ਸਾਹਿਬ ਹੀ ਗੁਰਨਾਮ ਸਿੰਘ ਜੀ ਜਿਹੜੇ ਹਰਿਆਣਾ ਦੇ ਪ੍ਰਧਾਨ ਨੇ, ਤੇ ਉਹਨਾਂ ਨੇ ਉਹ ਥੱਲੇ ਬਹਿ ਕੇ ਰੋਟੀ ਖਾ ਰਹੇ ਸੀ। ਸੋ ਉਹਨਾਂ ਨੇ ਦੱਸਤਾ ਇਹ ਕਿ ਅਸੀਂ ਭੁੱਖੇ ਨਹੀਂ ਮਰਦੇ, ਕਿਤੇ ਸੋਚੋ ਅਸੀਂ ਥੋੜੀ ਰੋਟੀ ਖਾਣ ਆਏ ਆ ਜਾਂ ਅਸੀਂ ਥੋੜੀ ਚਾਹ ਪੀਣ ਆਏ ਆ। ਅਸੀਂ ਅੰਨਦਾਤਾ ਹਾਂ, ਅਸੀਂ ਜੇ ਲੋਕਾਂ ਵਾਸਤੇ ਉਗਾ ਸਕਦੇ ਹਾਂ, ਆਪਦੇ ਵਾਸਤੇ ਵੀ ਉਗਾ ਸਕਦੇ ਹਾਂ। ਸੋ ਇਸ ਗੱਲ ਤੋਂ ਸਮਝਣਾ ਚਾਹੀਦਾ ਹੈ ਮੋਦੀ ਸਰਕਾਰ ਨੂੰ ਕਿ ਉਹ ਏਸੀ ਕਮਰਿਆਂ 'ਚ ਵਧੀਆ ਪਲੇਟਾਂ 'ਚ ਜਾਂ ਚਾਂਦੀ ਦੇ ਚਮਚਿਆਂ ਨਾਲ ਰੋਟੀ ਖਾਣ ਵਾਲੇ ਨਹੀਂ ਹੈਗੇ। ਉਹ 2 ਰੋਟੀਆਂ ਤੇ ਗੰਢਾ ਧਰ ਕੇ ਤੇ 4 ਧਰ ਕੇ ਰੋਟੀ ਖਾਣ ਵਾਲੇ ਨੇ। ਉਹ ਗਰਾਊਂਡ 'ਚੋਂ ਨਿਕਲੇ ਹੋਏ ਨੇ, ਜ਼ੀਰੋ ਗਰਾਊਂਡ ਤੋਂ ਜੀ। ਕੈਪਟਨ ਸਾਹਿਬ ਤਾਂ ਜੀ ਕੀ ਕਹਿ ਸਕਦੇ ਹਾਂ, ਉਹ ਹੁਣ ਕਹਿੰਦੇ ਪੰਜਾਬ ਨਾਲ ਕੋਈ ਲੜਾਈ ਨਹੀਂ ਹੈ, ਕੇਂਦਰ ਨਾਲ ਲੜਾਈ ਹੈ। ਤੇ ਲੜਨਾ ਕਿਹਨੇ ਫਿਰ? ਹੈੱਡ ਕੌਣ ਹੈ ਸਟੇਟ ਦਾ? ਮੁੱਖ ਮੰਤਰੀ ਕੌਣ ਹੈ? ਤੇ ਉਹਨਾਂ ਨੂੰ ਨਾਲ ਜਾਣਾ ਚਾਹੀਦਾ ਨਾ ਕਿ ਚਲੋ ਜੀ ਨਾਲ ਆਓ ਆਪਾਂ ਗੱਲ ਕਰਦੇ ਹਾਂ। ਹੋਰ ਮੁੱਖ ਮੰਤਰੀ ਨੂੰ ਉਹ ਬੁਲਾਉਂਦੇ ਵੀ ਆਓ ਆਪਾਂ ਗੱਲ ਕਰੀਏ। ਕਾਂਗਰਸ ਦੇ ਮੁੱਖ ਅਸ਼ੋਕ ਗਹਿਲੋਤ ਰਾਜਸਥਾਨ ਤੋਂ, ਛੱਤੀਸਗੜ੍ਹ ਤੋਂ ਬੁਲਾਓ ਉਹਨਾਂ ਨੂੰ, ਗੱਲ ਕਰੋ ਵੀ ਆਓ ਭਾਈ ਇਹ ਸਾਡੇ ਕਿਸਾਨਾਂ ਦਾ ਮੁੱਦਾ ਹੈ, ਅਸੀਂ ਹੱਲ ਕਰਾਉਣਾ ਹੈ। ਉਹ ਕੈਪਟਨ ਸਾਹਿਬ ਨੇ ਤਾਂ ਲਾਵਾਰ ਛੱਡਤੇ ਕਿਸਾਨ ਕਿ ਜਾਓ ਉੱਥੇ ਧੱਕੇ ਖਾਓ, ਉੱਥੇ ਠੰਡ 'ਚ ਮਰੋ, ਹੈ ਜੀ, ਬਦੀਨ ਹੋ। ਸੋ ਇਹ ਜ਼ਿੰਮੇਵਾਰੀ ਜਿਹੜੀ ਉਹਨਾਂ ਨੂੰ ਨਿਭਾਉਣੀ ਚਾਹੀਦੀ ਸੀ, ਕੈਪਟਨ ਸਾਹਿਬ ਨੇ ਨਹੀਂ ਨਿਭਾਈ।
ਕਿਉਂਕਿ ਉਹ ਆਪਣੇ ਫਾਰਮ ਹਾਊਸ ਦੇ ਵਿੱਚ ਬੈਠੇ ਨੇ, ਇੱਥੋਂ ਸਿੱਧੇ ਜਾਂਦੇ ਨੇ ਹੈਲੀਕਾਪਟਰ ਅਮਿਤ ਸ਼ਾਹ ਕੋਲੇ, ਅਮਿਤ ਸ਼ਾਹ ਕੋਲੋਂ ਵਾਪਸ ਆ ਜਾਂਦੇ ਨੇ।